ਭਾਰਤੀਏ ਭਗਤਾਂ ਤੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਗੁਰਤਾ ਗੱਦੀ ਤੇ ਸਬਾਏਮਾਨ ਕੁੱਲ ਦੁਨੀਆ ਦੇ ਸਾਰੇ ਹੀ ਸਤਿਕਾਰਯੋਗ ਧਾਰਮਿਕ ਗ੍ਰੰਥਾਂ ਵਿੱਚੋਂ ਸਰਵੋਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਕੱਦਸ ਦਰਬਾਰ ਦਾ ਸ਼ਿੰਗਾਰ ਬਣ ਬੈਠੇ ਸਤਸੰਗੀ ਜਨੋ, ਹਾਜ਼ਰੀ ਦਰ ਪ੍ਰਵਾਨ ਕਰੋ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਾਜ ਕਿਵੇਂ ਗਿਆ ਇਹਦਾ ਪਹਿਲਾ ਚੈਪਟਰ ਆਪ ਸੰਗਤਾਂ ਦੇ ਨਾਲ ਸਾਂਝਿਆ ਕੱਲ ਦੇ ਦੀਵਾਨ ਤੋਂ ਕਰ ਚੁੱਕਾ ਹਾਂ। 4 ਕਾਂਡ ਇਸ ਦੇ ਆਉਣਗੇ ਸਾਡੇ ਸਾਹਮਣੇ। ਆਪ ਸੰਗਤਾਂ ਨੇ ਕਈ ਵਾਰ ਵਿਦਵਾਨਾਂ ਪਾਸੋਂ ਇਸ ਮਜ਼ਬੂਨ ਨੂੰ ਸਰਵਣ ਕੀਤਾ ਹੋਵੇਗਾ ਔਰ ਆਪ ਪੜ੍ਹਨ ਦਾ ਯਤਨ ਕੀਤਾ ਹੋਵੇਗਾ। ਪਹਿਲੇ ਕਾਂਡ ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 27 ਜੂਨ ਸਨ 1839 ਈਸਵੀ 15 ਹਾੜ 1896 ਬਿਕਰਮੀ ਵੀਰਵਾਰ ਵਾਲੇ ਦਿਨ ਪੂਰਨਮਾਛੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਗੁਰਪੁਰੀ ਪਿਆਨਾ ਕਰ ਗਏ। ਚਿਖਾ ਨੂੰ ਨਜ਼ਰੇ ਆਤਿਸ਼ ਕੀਤਾ ਗਿਆ। ਤੁਸਾਂ ਨੇ ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ। ਰਾਣੀ ਪਹਾੜਨ ਨੇ ਰਾਜਾ ਸੰਸਾਰ ਚੰਦ ਵਾਲੀਏ ਦੀ ਭੈਣ ਕਾਂਗੜ ਵਾਲੇ ਦੀ ਨੇ ਆਪਣੇ ਪਤੀ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਔਰ ਬੇਈਮਾਨ ਧਿਆਨ ਸਿੰਘ ਡੋਗਰੇ ਨੂੰ ਇਹ ਗੱਲ ਆਖੀ, ਧਿਆਨ ਸਿੰਘ ਜੀ ਮੇਰੇ ਸਾਹਮਣੇ ਸਹੁੰ ਖਾਓ ਕਿ ਸਾਰੀ ਜ਼ਿੰਦਗੀ ਖਾਲਸਾ ਰਾਜ ਦੇ ਵਫਾਦਾਰ ਬਣ ਕੇ ਰਹੋਗੇ। ਮੈਂ ਸਪਸ਼ਟ ਕਰ ਦੇਵਾਂ ਇਹ ਉਸਨੇ ਕਿਉਂ ਆਖਿਆ। ਕੱਲ ਦੇ ਦੀਵਾਨ ਵਿੱਚ ਵੀ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ। ਰਾਣੀ ਸਦਾ ਕੌਰ ਦੀ ਇਹ ਧੀ ਹੈ ਔਰ ਉਹ ਰਾਣੀ ਹੈ ਜਿਹਨੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦੇ ਕਿਲੇ ਦੇ ਉੱਤੇ ਕਬਜ਼ਾ ਕਰਵਾਇਆ। ਸਾਉਂਡਰ ਆਖਿਆ ਜਾਂਦਾ ਇਹਨਾਂ ਨੂੰ। ਜਦੋਂ ਮਹਾਰਾਜਾ ਖੜਕ ਸਿੰਘ ਨੂੰ ਤਖਤ ਦਾ ਵਾਰਸ ਬਣਾਉਣ ਵਾਸਤੇ ਗੱਲਾਂ ਚੱਲ ਰਹੀਆਂ ਸਨ, ਬੇਈਮਾਨ ਨੇ ਜਾ ਕੇ ਰਾਣੀ ਸਦਾ ਕੌਰ ਨੂੰ ਆਖਿਆ, ਕਹਿਣ ਲੱਗਾ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਦਾ ਜੇਠਾ ਪੁੱਤਰ ਖੜਕ ਸਿੰਘ ਹੈ, ਪਰ ਤੁਹਾਡੀ ਧੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹੀ ਗਈ ਸੀ, ਇਸ ਕਰਕੇ ਪੰਜਾਬ ਦੇ ਤਖਤ ਉੱਤੇ ਹੱਕ ਤੁਹਾਡੇ ਦੋਹਤੇ ਦਾ ਬਣਦਾ ਹੈ, ਰਾਜਾ ਸ਼ੇਰ ਸਿੰਘ ਦਾ, ਨਾ ਕਿ ਖੜਕ ਸਿੰਘ ਦਾ। ਰਾਣੀ ਸਦਾ ਕੌਰ ਨੇ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਆਖੀ। ਕਹਿਣ ਲੱਗੀ, ਰਣਜੀਤ ਸਿਆਂ, ਜੇ ਤੂੰ ਮੇਰੇ ਦੋਹਤੇ ਨੂੰ ਆਪਣੇ ਤੋਂ ਬਾਅਦ ਪੰਜਾਬ ਦਾ ਬਾਦਸ਼ਾਹ ਨਾ ਬਣਾਇਆ ਤੇ ਮੈਂ ਦਰਿਆ ਸਤਲੁਜ ਦੇ ਪਾਰਲੇ ਪਾਸੇ ਵਾਲੀ ਆਪਣੀ ਮਲਕੀਅਤ ਜਿਹੜੀ ਹੈ ਅੰਗਰੇਜ਼ਾਂ ਦੇ ਹਵਾਲੇ ਕਰ ਦੇਵਾਂਗੀ ਤੇ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲੇ ਜਾਵਾਂਗੇ। ਇੰਨੀ ਗੱਲ ਆ ਕੇ ਸ਼੍ਰੀ ਅਨੰਦਪੁਰ ਸਾਹਿਬ ਚਲੇ ਗਈ। ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਭੇਜ ਕੇ ਇਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਕੈਦ ਵਿੱਚ ਪਾ ਦਿੱਤਾ। ਸਮੇਂ ਦੇ ਹਾਲਾਤ ਬਾਕੀ ਦੀ ਸਾਰੀ ਜ਼ਿੰਦਗੀ ਉਹ ਰਾਣੀ ਜਿਹਨੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦੇ ਕਿਲੇ ਤੇ ਕਬਜ਼ਾ ਕਰਵਾਇਆ ਸੀ ਉਸਨੇ ਜੇਲ੍ਹ ਵਿੱਚ ਗੁਜ਼ਾਰੀ। ਰਾਣੀ ਪਹਾੜਨ ਜਾਣਦੀ ਸੀ ਕਿ ਜਿਹੜੇ ਫੁੱਟ ਦੇ ਬੀਜ ਬੀਜੇ ਹਨ ਇਹ ਦਰਖਤ ਬਣਨੇ ਹੀ ਬਣਨੇ ਹਨ। ਇਸ ਕਰਕੇ ਉਹਨੇ ਆਖਿਆ, ਧਿਆਨ ਸਿੰਘ ਜੀ ਸਹੁੰ ਖਾਓ ਕਿ ਸਾਰੀ ਜ਼ਿੰਦਗੀ ਵਫਾਦਾਰ ਬਣ ਕੇ ਰਹੋਗੇ। ਸਰਦਾਰ ਕਸ਼ੋਰਾ ਸਿੰਘ ਦਾ ਇਹ ਪੁੱਤਰ ਜੰਮੂ ਦੇ ਇਲਾਕੇ ਦੇ ਰਹਿਣ ਵਾਲਾ ਕਸ਼ੋਰਾ ਸਿੰਘ ਦੇ ਘਰ ਨਾਮਰਾਦ 3 ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡਾ ਸੀ ਗੁਲਾਬ ਸਿੰਘ, ਉਸ ਤੋਂ ਛੋਟਾ ਸੀ ਸਰਦਾਰ ਧਿਆਨ ਸਿੰਘ ਤੇ ਸਭ ਤੋਂ ਛੋਟਾ ਸੀ ਸਰਦਾਰ ਸੁਚੇਤ ਸਿੰਘ। 1809 ਨੂੰ ਬਸੰਤੀ ਦਰਬਾਰ ਹੋਇਆ। ਤਿੰਨੇ ਭਰਾ ਡੋਗਰੇ, ਜਿਹਦੇ ਵਿੱਚ ਉਸ ਦਿਨ ਬੇਈਮਾਨ ਧਿਆਨ ਸਿੰਘ ਦੀ ਉਮਰ 13 ਸਾਲ ਦੀ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਤੇ ਚੜਿਆ। ਇਹਨਾਂ ਤੇਜ਼ ਬੁੱਧੀ ਦਾ ਇਹ ਮਾਲਕ ਸੀ। 3 ਰੁਪਏ ਮਹੀਨੇ ਦੀ ਤਨਖਾਹ ਲੈਂਦਾ ਇਹ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੱਕ ਗਿਆ।
बाकी डोगरे भी जगीरां दे मालक बने। ये ही बसंती दरबार है जिदन सिख कौम का महाबली योधा सरदार हरी सिंह जिहड़ा बाद च नलूआ करके प्रसिद्ध होया महाराजा रणजीत सिंह की निगाह चढ़े। एक पासे सरलथ योधा भर्ती होया, एक पासे गदार भर्ती होए जिन्हां की गिणती 3 सी। नजरे आतिश कर दिता गया। 4 राणियां और 7 गोलियां शेरे पंजाब महाराजा रणजीत सिंह दे नाल चिखा विच सती हो गईयां। महाराणी जिंद कौरां वेख रही है, कहन लगी मैनू महाराजा रणजीत सिंह जी महबूबा आखदे सन, मेरियां भैणां मेरे पति नाल सती हो रही, मैं पिछे को रवां। 9 महीने 24 दिन का बालक दलीप सिंह अपनी गोद विच वेखदी है ते कहंदी बेटा जे मैं मर गई तेरे हंझू किसे ने नहीं पूंजने, मैं किस पासे जावां, हौके ते हावे लैंदी है। इथों तक दी दास्तान तुसां ने कल दी दीवान विच सरवण कीती। पंजाब दा बादशाह महाराजा खड़क सिंह बन गए। जदों उसने फाइलां वेखियां, उहदे सामने कुछ पत्रिकावां आईयां जड़ियां जमराओ तो आईयां सन और इस बेईमान ध्यान सिंह डोगरे ने जब्त कर लईयां सन। राजा खड़क सिंह जानदा सी कि ध्यान सिंह बेईमान मेरे छोटे भरा सरदार शेर सिंह नूं कसा रहे है कि मैं तेनू तख्त लैके देना है, तू थोड़ा जा उदम कर। ਇਹਦੇ पत्ते ਦੇ ਉੱਤੇ ਲੱਗ के सरदार शेर सिंह जिला गुरदासपुर विखे बटाले की धरती के उत्ते जिथे अजकल बेरिंग यूनियन क्रिश्चियन कॉलेज है, इत्थे आण के उसने अपना हैडक्वार्टर बनाया। महाराजा शेर सिंह का जन्म जलंधर तो पठानकोट नूं जाइए ते एक नगर आउंदा मुकेरियां, उहदे बाहर वार एक बड़ा उच्चा थे है जिथे अजकल गुरुद्वारा अटालगढ़ साहब है। ये थे दे उत्ते महाराजा शेर सिंह का कदी जन्म होया सी। आखिर राजा खड़क सिंह जानदा सी कि ये मेरे रस्ते च जरूर आवेगा। हुण उन्हें अपना कारोबार संभालण वास्ते अपने नजदीकी रिश्तेदार जिहदा नाम इतिहास के पन्नियां च सरदार चेत सिंह बाजवा करके आउंदा है। हिंदुस्तान का एक MP है, पंजाब का मिनिस्टर भी रहा है, जिन्हों प्रताप सिंह बाजवा आखते हैं। यह सरदार चेत सिंह बाजवे के खानदान विचों अगे बाजवा परिवार चले आ रहा है। शेरे पंजाब महाराजा रणजीत सिंह का पुत्र महाराजा खड़क सिंह इन्हां बाजवियां वल विआहया होया। उन्हें इसनूं अपना नाल सहायक बनाया, कारोबार अपने हत्थां च संभाले। डोगरियां वास्ते उसने पहला हुक्म जारी किया कि कोई डोगरा मेरी इजाजत तो बिना लाहौर दरबार च पैर नहीं रखेगा। आना जाना बंद कर दिता। व्याख्यान मैं बाद च करांगा। आओ पहला सरवण कर लीए मौके दे विद्वानां दे दी तस्वीर की लिखी है। बैठा पिता दे तखत ते खड़क सिंह सरदार, उन्हें वाक संभाली राज दी, सारे वेखे कारोबार।
बदला दिते, कई कानून बदला दिते। तर्ज तुसी सरवण कर रहे हो, इनू ढाडियां दा क्लासिकल राग आखदे, इहदा नाम है रसालू। साडियां पुरातन रवायतां जिन्हों कदी साडे बुजुर्ग ढाडी गाउंदे रहे ते आप संगतां च बैठे बुजुर्ग सरवण करदे रहे। अजकल ते ढाडी राग भी तर्जां दे उत्ते रह गए। लच्चर दे गीत की तर्ज लैके उहदे ते छंद बना लिया जाता ते संगतां दे सामने परोस दिता जाता है। गुरु सवारी साध संगत जी जिन्ना चिर स्टेज उत्ते हर वक्त भावें कथावाचक है, भावें ढाडी है, भावें रागी है, भावें प्रचारक है, भावें कवीशर है, जिन्ना चिर उहदे हड्डां च तुहाडा डरना ना होवेगा, कोई बंदा अपने विषय नाल इंसाफ नहीं कर सकता। हुण पता लग गया कि जिद्दां दा परोस दिता जाएगा संगत प्रमाण कर लेंदी है, डॉलर मिल ही जाने। कदी समा सी मैं एक दिन बचन पढ़ रहा सा पंथ के महान विद्वान ज्ञानी मान सिंह जी चौर दा, कहंदे मैं कथा कर रहा सा अमेरिका की धरती दे उत्ते ते मैं कुरान की आयत पढ़ी गलत। सामने एक मुसलमान बैठा सी रूमी टोपी पा के, उठ के कहने लगा आलम साहब गलत मत बके। चौर साहब कहते मैं वही आयत फिर दोबारा सही पढ़ दी। वो फिर उठ खलोता कहता आलम साहब पहले गलत क्यों और अब सही क्यों? ते चौर साहब कहते मैं ते इस करके गलत पढ़ी सी कि मैं वेखना चाहता हाँ कि मैं कन्ना वाले अगे रोन रहा कि बोले अगे रोई जा रहा। मेरी गल नूं कोई सरवण कर भी रहा या नहीं कर रही है कि वैसे ही सिर हिलाई चले जा रहे। भाई साहब उन्होंने कथा की है दिल दीयां गहराइयां चो, आप संगतां ने सरवण की है। वक्ते और स्रोते का जिन्ना चिर तालमेल नहीं बैठेगा, मैं नहीं मैं तुहानूं कुछ सिखा रहा, मैं अपने उत्ते गल टिका रहा। जिन्ना चिर तुसीं तगड़े ना होवोगे ये स्टेज उत्ते जो कोई मर्जी फिर करके चलिया जावे, साडे हड्डां च तुहाडा डर नहीं रहेगा। सत्संग दास कोशिश करता है कि जेड़ी भी गल कीर्तन विच कीती जावे ढाडी राग विच पाबंद रह के कीती जावे। हाँ एक दी बंदना किते प्रारंभ विच ला ले कोई वक्री गल है। संडे वाले दिन तुसां ने पूर्ण सरवण कीता सी, ये रसालू ढाडियां दा क्लासिकल राग इहो मैंने किया जा रहा। की कह रहे ने ढाडी सिंह सरवण करो सत्संग।
ਰਾਜ ਦੇ ਵੈਰੀ ਸਨ ਸਿੱਖ ਰਾਜ ਦੇ। ਅਸੀਂ ਗੁੰਮ ਕਰ ਲਈਆਂ। चिट्ठियां नूं पढ़ के सरदार खड़क सिंह ने फैसला किया, कहन लगा जिन्ना चिर बेईमान है मैनू इन्हें राज भाग कर नहीं देना। हुक्म जारी कर दिता जिन्ना चिर मैं ना बुलावा डोगरे लाहौर दरबार विच अंदर नहीं आ सकते। पता लगा बेईमान नूं तिलमला उठे है, सीधा ही लाहौर दरबार की कचहरी च पहुंच गया जिथे महाराजा खड़क सिंह तखत उत्ते सुभाईमान। जाके कहन लगा महाराजे का इकबाल बुलंद होवे, मैं आप जी का खासम खास एक बेनती करनी चाहता। बड़ा नीवा हुंदा है पर सियाणे दी एक कहावत है, कहन लगे बिल्ली जिनी शह वटेगी उन्ना शिकार ज्यादा और जल्दी फड़ेगी। कमान नूं जिनी तड़ होवेगी तीर नूं दूर सुटेगी। बंदा ढिड दा जिन्ना माड़ा होवेगा उन्ना तुहाडे गाड़ी हथ ज्यादा जोड़ेगा, लिफेगा ज्यादा, वो न्यू न्यू के सलामा करेगा। बड़ा नीवा हुंदा। कहन लगा आप जी का इकबाल बुलंद होवे, मैनू पता लगा मैनू हुक्म किया गया मैं तुहाडी इजाजत तो बिना लाहौर दरबार च नहीं आ सकता। महाराजा खड़क सिंह ने आख्या ध्यान सिंह जी तुसां ने ठीक सुने, जिन्ना चिर तुहानू मैं ना बुलावा तुसां ने लाहौर दरबार च नहीं आउणा। कहन लगा महाराजा साहब तुहानू पता होना चाहिए कि तुहाडे तो बाद दूसरा ताकतवर अहुदा मेरे कोल है, मेरे ते पाबंदियां लाइया जाणगियां, मैं राज का कारोबार नेक नीयत नाल नहीं कर सकता। महाराजा खड़क सिंह ने आख्या ध्यान सिंह जी तुसीं ठीक कहंदे हो, बहरहाल मैं अपना हुक्म वापस नहीं लै सकदा, मैं विचार करांगा, पर यह जरूर कहता हाँ कि तुसीं जिन्ना चिर मैं हुक्म ना करा तुसीं लाहौर दरबार च नहीं आ सकते। ध्यान सिंह ने आख्या फिर कारोबार किवें चलेगा राज दा। महाराजा खड़क सिंह ते जे बोलिया नहीं तो उहदा साला सरदार चेत सिंह बाजवा अगे होके छाती ते हथ मार के कहंदा ध्यान सिंह जी असीं 8 दिनां च दस देवांगे राज किवें करीदा। 8 दिनां विच मानो फनीअर सप ने अपनी फन खिलारी होवे। जदों चेत सिंह बाजवे ने इस तरह आख्या ने भुआ के चेहरा चेत सिंह बाजवे वाल कीता, मानो डस जाना चाहुंदा।
ਉਹਦੀਆਂ ਅੱਖਾਂ ਚੇਤ ਸਿੰਘ ਬਾਜਵਾ ਡੜਕੇ ਹੈ। ਕਹਿੰਦਾ ਬੱਲਿਓ ਸ਼ੇਰਾ, ਉਹ ਤੇਰੇ ਵੱਲ ਤੇ ਮੇਰਾ ਧਿਆਨ ਹੀ ਹੈ ਨਹੀਂ ਸੀ, ਮਨ ਹੀ ਮਨ ਵਿਸਕੋਲਣ ਲੱਗਾ। ਪਰ ਗੁੱਸਾ ਅੰਦਰੇ ਅੰਦਰ ਪੀ ਗਿਆ। ਕਹਿਣ ਲੱਗਾ ਜੀ ਤੁਸੀਂ ਮਾਲਕ ਹੋ, ਭਣਵਈਆ ਤੁਹਾਡਾ ਪੰਜਾਬ ਦਾ ਬਾਦਸ਼ਾਹ, ਤੁਸੀਂ ਵਜ਼ੀਰ ਬਣੋ, ਕੋਈ ਹੋਰ ਬਣੇ, ਮੈਨੂੰ ਕੋਈ ਲਾਲਚ ਨਹੀਂ ਪਈ। ਤੁਸੀਂ ਘਰ ਦੇ ਮਾਲਕ, ਮੈਂ ਤੇ ਨੌਕਰ ਹਾਂ, ਜੰਮੂ ਆਇਆ ਹੋਇਆ। ਠੀਕ ਹੈ ਜੀ, ਤੁਸੀਂ ਆਪਣਾ ਕਾਰੋਬਾਰ ਕਰੋ, ਜਿੱਦਾਂ ਤੁਸੀਂ ਸੱਦੋਗੇ ਹੁਣ ਮੈਂ ਉਦੋਂ ਹੀ ਆਵਾਂਗਾ। ਮੇਰੀ ਫਤਿਹ ਪ੍ਰਵਾਨ ਕਰੋ। ਫਤਿਹ ਬੁਲਾ ਕੇ ਇਹ ਧਿਆਨ ਸਿੰਘ ਡੋਗਰਾ ਇੱਕ ਵਾਰ ਫਿਰ ਕਹਿਰੀ ਅੱਖ ਦੇ ਨਾਲ ਚੇਤ ਸਿੰਘ ਬਾਜਵੇ ਵੱਲ ਵੇਖ ਕੇ ਤੁਰਿਆ, ਸੋਚਦਾ ਜਾ ਰਿਹਾ। ਕਹਿਣ ਲੱਗਾ ਚੇਤ ਸਿੰਘ, ਬਿਨ ਬੁਲਾਈ ਮੌਤ ਬੁਲਾ ਲਈ ਤੂੰ। ਪੁੱਤ ਤੂੰ ਮੈਨੂੰ ਕੀ ਦੱਸਣਾ ਅੱਠਾਂ ਦਿਨਾਂ ਚ ਰਾਜ ਕਿਵੇਂ ਕਰੀਦਾ, ਤੈਨੂੰ ਮੈਂ ਦੱਸਾਂਗਾ ਅੱਠਾਂ ਦਿਨਾਂ ਚ ਧਿਆਨ ਸਿੰਘ ਡੋਗਰਾ ਕੀ ਕਰ ਸਕਦਾ। ਲਾਹੌਰ ਦਰਬਾਰ ਦਾ ਦਰਵਾਜ਼ਾ ਬਾਹਰ ਲੰਘਣ ਤੋਂ ਪਹਿਲਾਂ ਕਰੇ ਨੇ ਫਿਰ ਭੁਆ ਕੇ ਸਰਦਾਰ ਚੇਤ ਸਿੰਘ ਵੱਲ ਵੇਖਿਆ। ਉਹਦਾ ਸਾਰੇ ਦਾ ਸਾਰਾ ਕ੍ਰੋਧ ਸਰਦਾਰ ਚੇਤ ਸਿੰਘ ਦੇ ਉੱਤੇ ਸੀ। ਫਿਰ ਮੁਸਕਰਾ ਕੇ ਭਿਆਨਕ ਜਿਹਾ ਹਾਸਾ ਹੱਸ ਕੇ ਲਾਹੌਰ ਦਰਬਾਰ ਚੋਂ ਬਾਹਰ ਚਲੇ ਗਏ। ਤੁਸੀਂ ਸਿਆਣੇ ਦਾਨੇ ਪ੍ਰਧਾਨੇ ਬੈਠੇ ਹੋ, ਕਦੀ ਇਹ ਗੱਲ ਨੋਟ ਕੀਤੀ ਹੋਵੇਗੀ, ਸਿਆਸੀ ਬੰਦਾ ਕਦੀ ਡੀਂਗ ਨਹੀਂ ਮਾਰਦਾ। ਜਿਹੜਾ ਬੰਦਾ ਸਿਆਸਤ ਦੇ ਪਿੜ ਵਿੱਚ ਵੜ ਕੇ ਡੀਂਗ ਮਾਰਦਾ ਮਗਰੋਂ ਕਰਦਾ ਕੱਖ ਨਹੀਂ, ਸਮਝ ਲਓ ਉਸਨੇ ਮੌਤ ਬੁਲਾ ਲਈ। ਚੇਤ ਸਿੰਘ ਬਾਜਵੇ ਨੇ ਛਾਤੀ ਤੇ ਹੱਥ ਮਾਰ ਕੇ ਇਹ ਗੱਲ ਤੇ ਆਖੀ, ਧਿਆਨ ਸਿਆ ਤੈਨੂੰ ਅਸੀਂ ਦੱਸਾਂਗੇ ਅੱਠਾਂ ਦਿਨਾਂ ਚ ਰਾਜ ਕਰੀਦਾ ਕਿਵੇਂ, ਪਰ ਕੀਤਾ ਕੁਝ ਵੀ ਨਹੀਂ। ਪਰ ਦੂਜੇ ਪਾਸੇ ਧਿਆਨ ਸਿੰਘ ਚੁੱਪ ਕਰਕੇ ਨਹੀਂ ਬੈਠਾ, ਉਹ ਸਿੱਧਾ ਆਪਣੀ ਹਵੇਲੀ ਗਿਆ, ਮਹੱਲ ਗਿਆ। ਉਹਨੇ ਡੋਗਰੇ ਸੱਦੇ, ਕਹਿੰਦਾ ਗੱਲ ਸੁਣੋ ਡੋਗਰਿਓ, ਜਿਹੜੀ ਅੱਜ ਮੇਰੇ ਨਾਲ ਹੋਈ ਹੈ ਰੱਬ ਕਰੇ ਕਿਸੇ ਨਾਲ ਹੋਵੇ ਨਾ। ਗੁਲਾਬ ਸਿੰਘ ਨੇ ਆਖਿਆ, ਕਹਿਣ ਲੱਗਾ ਹੋਇਆ ਕੀ? ਕਹਿਣ ਲੱਗਾ ਮੇਰੇ ਨਾਲ ਅੱਜ ਬੜੀ ਬੁਰੀ ਹੋਈ ਹੈ, ਮੈਨੂੰ ਜਲੀਲ ਕਰਕੇ ਲਾਹੌਰ ਦਰਬਾਰ ਚੋਂ ਕੱਢਿਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਮੈਨੂੰ ਕਦੀ ਮਾੜਾ ਚੰਗਾ ਨਹੀਂ ਸੀ ਆਖੇ, ਪਰ ਤਖਤ ਦੇ ਉੱਤੇ ਬੈਠੇ ਦਾ ਸਾਰੇ ਇਹਨਾਂ ਦੇ ਤੌਰ ਬਦਲ ਗਏ ਨੇ। ਸੁਚੇਤ ਸਿੰਘ ਨੇ ਆਖਿਆ, ਕਹਿਣ ਲੱਗਾ ਭਰਾਤਾ ਜੀ ਅਸੀਂ ਕਰ ਵੀ ਕੀ ਸਕਦੇ ਹਾਂ, ਜਿਹਦੇ ਨਾਲ ਗੱਲਾਂ ਸੀ ਉਹ ਮਰ ਗਏ, ਹੁਣ ਨਵਾਂ ਪੋਸ਼ ਅੱਗੇ ਆ ਗਿਆ, ਸਾਡੀ ਸੁਣੇ ਚਾਹੇ ਨਾ ਸੁਣੇ। ਉਹਨੇ ਆਖਿਆ ਜ਼ਬਾਨ ਬੰਦ ਕਰੋ ਸੁਚੇਤ ਸਿੰਘ। ਧਿਆਨ ਸਿੰਘ ਇਸ ਕਰਕੇ ਪੈਦਾ ਨਹੀਂ ਹੋਇਆ ਕਿ ਲੋਕਾਂ ਦੀਆਂ ਗੱਲਾਂ ਸੁਣਦਾ ਰਹੇ ਤੇ ਚੁੱਪ ਕਰਕੇ ਬੈਠ ਜਾਏ। ਉਹ ਜਿਨ੍ਹਾਂ ਨੇ ਮੇਰੇ ਉੱਤੇ ਪਾਬੰਦੀ ਲਾਈ ਹੈ ਕਿ ਮੈਂ ਲਾਹੌਰ ਦਰਬਾਰ 'ਚ ਦਾਖਲ ਨਾ ਹੋਵਾਂ, ਔਰ ਮੈਨੂੰ ਚੈਲੰਜ ਕੀਤਾ ਕਿ 8 ਦਿਨ ਵਿੱਚ ਤੈਨੂੰ ਦੱਸਾਂਗੇ ਰਾਜ ਕਿਵੇਂ ਕਰੀਦਾ ਹੈ। ਮੈਂ ਵੀ ਸਰਦਾਰ ਕਿਸ਼ੋਰ ਸਿੰਘ ਦੇ ਘਰ ਪੈਦਾ ਨਹੀਂ ਹੋਇਆ ਜੇ 8 ਦਿਨਾਂ ਤੱਕ ਪੰਜਾਬ ਦਾ ਬਾਦਸ਼ਾਹ ਬਦਲ ਕੇ ਨਾ ਰੱਖ ਦਿੱਤਾ। ਮੈਂ ਪੰਜਾਬ ਦਾ ਬਾਦਸ਼ਾਹ ਬਦਲ ਦੇਣਾ। ਜਿਹਨੇ ਮੈਨੂੰ ਮੰਗਾ ਰਿਹਾ ਮੈਂ ਆਪਣੇ ਹੱਥਾਂ ਦੇ ਨਾਲ ਉਹਦੇ ਟੁਕੜੇ ਨਾ 8 ਦਿਨਾਂ ਵਿੱਚ ਕੀਤੇ, ਤੇ ਮੈਨੂੰ ਧਿਆਨ ਸਿੰਘ ਨਾ ਸੱਦੀ। ਗੁਲਾਬ ਸਿੰਘ ਨੇ ਆਖਿਆ, ਕਹਿਣ ਲੱਗਾ ਧਿਆਨ ਸਿੰਘ ਜੀ ਗੱਲਾਂ ਬੜੀਆਂ ਵੱਡੀਆਂ ਕਰਦੇ ਹੋ, ਪਰ ਇਹਨਾਂ ਸੌਖਾ ਨਹੀਂ ਹੈ। ਕਹਿਣ ਲੱਗਾ ਤੁਸੀਂ ਧਿਆਨ ਸਿੰਘ ਨੂੰ ਅਜੇ ਸਮਝਿਆ ਹੀ ਨਹੀਂ। ਜੇ 8 ਦਿਨਾਂ ਵਿੱਚ ਮੈਂ ਪੰਜਾਬ ਦਾ ਬਾਦਸ਼ਾਹ ਨਾ ਬਦਲ ਦਿੱਤਾ ਤੇ ਮੇਰਾ ਨਾਂ ਧਿਆਨ ਸਿੰਘ ਨਾ ਰਹਿਣ ਦੇ। ਉਹਨੇ ਆਖਿਆ ਕਰ ਕੀ ਸਕਦੇ ਹੋ? ਤੇ ਧਿਆਨ ਸਿੰਘ ਨੇ ਆਖਿਆ, ਗੁਲਾਬ ਸਿੰਘ ਤੈਨੂੰ ਪਤਾ ਹੋਣਾ ਚਾਹੀਦਾ ਕਿ ਚੇਤ ਸਿੰਘ ਬਾਜਵਾ ਇੱਕ ਵਾਰੀ ਅੰਗਰੇਜ਼ਾਂ ਕੋਲ ਗਿਆ ਸੀ। ਕਹਿੰਦਾ ਜੀ ਹਾਂ ਗਿਆ ਸੀ। ਇਹਦੇ ਬੈਂਕ ਵਿੱਚ 18 ਲੱਖ ਰੁਪਈਆ ਜਿਹੜਾ ਅੰਗਰੇਜ਼ੀ ਬੈਂਕ ਵਿੱਚ ਪਿਆ ਹੋਇਆ। ਕਹਿੰਦਾ ਬੇਸ਼ੱਕ। ਕਹਿੰਦਾ ਬਸ ਸਜ਼ਾਏ ਮੌਤ ਦੇਣ ਵਾਸਤੇ ਇੰਨਾ ਕੁਝ ਕਾਫੀ ਆ, ਬਾਕੀ ਮੈਂ ਸਭ ਕੁਝ ਕਰ ਲਵਾਂਗਾ। ਖੜੱਪੇ ਸੱਪ ਵਾਂਗ ਵਿਸ ਘੋਲਦਾ। ਉਹ ਚਿੱਠੀਆਂ ਕੱਢ ਕੇ ਲਿਆਇਆ ਜਿਹੜੀਆਂ ਉਹਨੇ ਤਿਆਰ ਕੀਤੀਆਂ ਹੋਈਆਂ ਸਨ ਪਹਿਲਾਂ, ਅਬਾਰਤ ਹੂ ਬਹੂ, ਨਕਲੀ ਮੋਹਰਾਂ, ਨਕਲੀ ਦਸਤਖਤ। ਕਹਿੰਦਾ ਵੇਖੋ ਕੀ ਲਿਖਿਆ। ਉਹਨਾਂ ਆਖਿਆ ਇਹਦੇ ਉੱਤੇ ਤੇ ਲਿਖਿਆ ਹੋਇਆ ਕਿ ਪੰਜਾਬ ਦਾ ਬਾਦਸ਼ਾਹ ਮਹਾਰਾਜਾ ਖੜਕ ਸਿੰਘ ਪੰਜਾਬ ਦਾ ਰਾਜ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ। ਕਹਿਣ ਲੱਗਾ ਬਸ ਇਹਨਾਂ ਕਾਫੀ। ਤੁਹਾਡੀ ਗੱਲ ਤੇ ਇਤਬਾਰ ਕੌਣ ਕਰੇਗਾ? ਕਹਿੰਦਾ ਸਾਰੇ ਕਰਨਗੇ, ਔਰ ਸਾਰੇ ਪੰਜਾਬ ਦੇ ਵਾਸੀ ਕਰਨਗੇ ਮੇਰੀ ਗੱਲ ਦੇ ਉੱਤੇ ਇਤਬਾਰ। ਉਹਨਾਂ ਆਖਿਆ ਤੁਹਾਡੀ ਪੂਰੀ ਦੀ ਪੂਰੀ ਪਲੈਨਿੰਗ ਕੀ ਹੈ? ਜੋ ਆਪਣੇ ਦਿਮਾਗ 'ਚ ਉਸਨੇ ਖੜਯੰਤਰ ਰਚੀ ਹੈ। ਇਹਦਾ ਤੇਜ਼ ਬੁੱਧੀ ਦਾ ਮਾਲਕ ਸੀ। ਅਫਸੋਸ ਜੇ ਕਿਤੇ ਬਿਹਤਰੀ ਵਾਲੇ ਪਾਸੇ ਆਪਣੇ ਦਿਮਾਗ ਨੂੰ ਲਾਉਂਦਾ ਹੈ ਤੇ ਪੰਜਾਬ ਦੀ ਧਰਤੀ ਤੋਂ ਸਿੱਖ ਰਾਜ ਨੂੰ ਕੋਈ ਖਤਮ ਕਰਨ ਵਾਲਾ ਜੰਮਿਆ ਨਹੀਂ ਸੀ। ਪਰ ਦਿਮਾਗ ਪੁੱਠਾ ਚੱਲ ਗਿਆ। ਜੋ ਕੁਝ ਉਸਦੇ ਦਿਮਾਗ ਵਿੱਚ ਸੀ
ਆਪਣੇ ਡੋਗਰੇ ਭਰਾਵਾਂ ਦੇ ਨਾਲੋਂ ਸਾਂਝਾ ਕਰਦਾ। ਉਹ ਕੀ ਸੀ ਉਹ ਤੁਸੀਂ ਵੀ ਸਰਵਣ ਕਰ ਲਓ। ਬਦਲੀ ਨੀਤ ਤੇ ਆਣ ਸਿੰਘ ਡੋਗਰੇ ਦੀ, ਨੀਤ ਤੇ ਆਣ ਸਿੰਘ ਡੋਗਰੇ ਦੀ, ਦਿਲ ਨੂੰ ਆਖਦਾ ਬਾਜੀ ਉਲਟਾ ਦਈਏ। ਬਦਲੀ ਨੀਅਤ ਤੇ ਆਣ ਸਿੰਘ ਡੋਗਰੇ ਦੀ, ਦਿਲ ਨੂੰ ਆਖਦਾ ਬਾਜੀ ਉਲਟਾ ਦਈਏ। ਅਸੀਂ ਸਭ ਕੋਲਦੀਆਂ ਹਾਜ਼ਰੀ ਖੜਕ ਸਿੰਘ ਤੇ, ਖੜਕ ਸਿੰਘ ਤੇ, ਖੜਕ ਸਿੰਘ ਤੇ ਰੰਗ ਚਲਾ ਦਈਏ। ਅਸੀਂ ਸੱਪ ਕਰੁੰਡੀਏ ਹਾਜ਼ਰੀ ਖੜਕ ਸਿੰਘ ਤੇ ਡੰਗ ਚਲਾ ਦਈਏ। ਸਾਡੀ ਇਸ ਨੇ ਨਹੀਂ ਪਰਵਾਹ ਕੀਤੀ, ਇਹਨੂੰ ਆਪਣੇ ਹੱਥ ਵਖਾ ਦਈਏ। ਸਾਡੀ ਇਸ ਨੇ ਨਹੀਂ ਪਰਵਾਹ ਕੀਤੀ, ਇਹਨੂੰ ਆਪਣੇ ਹੱਥ ਵਖਾ ਦਈਏ। ਕਮਲ ਨੂੰ ਨਾ ਕਮਾ ਦੇਵੇ ਖੜਕ ਸਿੰਘ ਨੂੰ, ਖੜਕ ਸਿੰਘ ਨੂੰ, ਖੜਕ ਸਿੰਘ ਨੂੰ ਤਖਤ ਤੋਂ ਲਾ ਦਈਏ। ਖੜਕ ਸਿੰਘ ਨੂੰ ਤਖਤ ਤੋਂ ਲਾ ਦਈਏ। ਧਿਆਨ ਸਿੰਘ ਨੇ ਆਖਿਆ, ਕਹਿਣ ਲੱਗਾ ਮੇਰੇ ਦਿਮਾਗ ਵਿੱਚ ਹੈ ਕਿ ਪੰਜਾਬ ਦਾ ਬਾਦਸ਼ਾਹ ਕੰਵਰ ਨੌ ਨਿਹਾਲ ਸਿੰਘ ਨੂੰ ਬਣਾ ਦਿੱਤਾ ਜਾਵੇ, ਖੜਕ ਸਿੰਘ ਨੂੰ ਤਖਤੋਂ ਲਾ ਕੇ ਕੈਦ ਵਿੱਚ ਪਾ ਦਿੱਤਾ ਜਾਵੇ ਤੇ ਚੇਤ ਸਿੰਘ ਬਾਜਵੇ ਨੂੰ ਸਜ਼ਾਏ ਮੌਤ ਦਿੱਤੀ ਜਾਵੇ। ਡੋਗਰੇ ਨੇ ਆਖਿਆ, ਕਹਿਣ ਲੱਗਾ ਭਰਾਤਾ ਜੀ ਪਰ ਇਹ ਸੰਭਵ ਕਿਵੇਂ? ਪੱਤਰਕਾਂ ਵਿਖਾ ਕੇ ਕਹਿੰਦਾ ਤੁਹਾਡੇ ਚੋਂ ਕੋਈ ਜਾਵੇ ਜ਼ਮਰੌਦ ਜਿਹੜਾ ਨੌ ਨਿਹਾਲ ਸਿੰਘ ਨੇ ਪੱਤਰਕਾਂ ਵਿਖਾਵੇ ਤੇ ਆਪਣੇ ਨਾਲ ਲੈ ਕੇ ਆਵੇ, ਬਾਕੀ ਕੰਮ ਮੈਂ ਸੰਭਾਲ ਲਵਾਂਗਾ। ਹੁਣ ਕੋਈ ਖਾਸਮ ਖਾਸ ਚਾਹੀਦਾ ਸੀ ਜਿਹੜਾ ਸਾਰੀਆਂ ਪੱਤਰਕਾਵਾਂ ਲੈ ਕੇ ਜਾਂਦਾ, ਜਿਹੜੀਆਂ ਨਕਲੀ ਚਿੱਠੀਆਂ ਬਣਾਈਆਂ ਹੋਈਆਂ ਹਨ, ਨਕਲੀ ਇਬਾਰਤਾਂ ਲਿਖੀਆਂ ਹੋਈਆਂ ਹਨ, ਇਕਰਾਰਨਾਮੇ ਲਿਖੇ ਹੋਏ ਹਨ। ਸਰਦਾਰ ਸੁਚੇਤ ਸਿੰਘ ਦੀ ਡਿਊਟੀ ਲਗਾਈ ਗਈ ਕਿ ਤੂੰ ਘੋੜੇ ਦੇ ਉੱਤੇ ਸਵਾਰ ਹੋ ਤੇ ਨੌ ਨਿਹਾਲ ਨੂੰ ਲੈ ਕੇ ਆ। ਪੰਧ ਮੁਕਾ ਕੇ ਸੁਚੇਤ ਸਿੰਘ ਡੋਗਰਾ ਕੰਵਰ ਨੌ ਨਿਹਾਲ ਸਿੰਘ ਦੇ ਕੋਲ ਪਹੁੰਚਿਆ।
उसने पिशावर के किले की फसील के उत्ते खड़ा पंजाबियों का आने वाला बादशाह नौ निहाल सिंह डुबदे हुए सूरज नूं वेख रहे, डुबदे हुए सूरज नूं अपनी अखां दे नाल निहारदिया होया पता नहीं किहड़ियां सोचां च डुब्बा सी। जां बेईमान ने जाके गुरु फतेह बुला के आख्या, कहन लगा सिंह साहब आप जी नूं कष्ट देण वास्ते आया। नौ निहाल ने वेख के आख्या, कहन लगा सुचेत सिंह जी तुसीं इत्थे? कहन लगा हाँ, मेरे नाल तुसीं छेती लाहौर चलो नहीं तो सब कुछ बर्बाद हो जाएगा। नौ निहाल ने आख्या होया की? वो सारियां चिट्ठियां कढ के नौ निहाल दे अगे रख दित्तियां गईयां। नौ निहाल ने पढ़ियां, दंदियां मीचियां। चाहिदा ते सी जे पिता दे खिलाफ शिकायत आई है ते डोगरियां दे उत्ते इतबार करन तो पहला घोड़े दे उत्ते सवार होकर अपने बाप नूं आण के पुछदा, पिता जी आ चिट्ठियां मैनूं मिलियां ने, सच्चियां ने कि झूठियां ने, दसो किवें होना चाहिए। पर घोड़े दे उत्ते सवार होकर अगले दिन भजाउंदे हुए घोड़े दोवें सरदार ये लाहौर पहुंचे ते एक पुत्र अपने बाप नूं मिलण वास्ते नहीं गया, सीधा डोगरियां दी हवेली वाल नूं तुर पिया। जदों फुट पै जाए फिर सब कुछ बर्बाद हुंदा। जदों प्यो पुत ते इतबार ना करे, पुत प्यो ते इतबार ना करे, भरा भैन ते इतबार ना करे, भैन भरा ते इतबार ना करे, आदमी अपनी पत्नी ते इतबार ना करे, पत्नी पति ते इतबार ना करे, वो परिवार नूं दुनिया की कोई ताकत बचा नहीं सकती। कवि लिखदा एके दा बगीचा किवें फले फुले देश च टुट गई माल ते खूह गया टिया, कौरवां ते पांडवां दी खबरी उडाई, हथों भाई भाई दा सी गला गया कटिया, वड्डे वड्डे राजियां नूं तख्तों लुहा दिता, फुट इह चंदरी तो किसे भी ना खटिया, खटिया जे खटिया ते इहो लाहा खटिया, आन शान हथों गई नाले रोब कटिया, सब कुछ ही मुक गया। पहुंच गया डोगरियां दी हवेली विच जिथे सारे डोगरे, नौ निहाल सिंह खुद, संधा वालिए सरदार ते पंजाबियों दे बादशाह महाराजा खड़क सिंह दी घरवाली खुद महारानी चंद कौर, एक पत्नी अपने पति के खिलाफ धिर बन के खलोती हुई है, डोगरियां दे नाल मिली हुई। की खड़यंत्र रचे जा रहे ने, की विचारां हो रही ने। कल दे दीवान विच इस मजबूर नूं इत्थों प्रारंभ करांगा। जिन्ना समा बख्शिश होया सी उहदे नाल मैं 2 मिनट उपर लै गया, मैं खिमा दा जाचक हां। सब दा धन्नवाद। ढाडी सिंह पासों आनंद साहिब दा जाप सरवण करो। दास नूं होईयां भुलां दी खिमा देंदे होए फतेह बुलाओ। आखो जी वाहिगुरू जी का खालसा, वाहिगुरू जी की फतेह।